ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬੱਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੈ ਬਾਰ। ਜਿਉ ਬਨ ਫਲ ਪਾਕੇ ਭੁਇ ਗਿਰਹਿ, ਬੋਹਰ ਨ ਲਾਗਹਿ ਡਾਰ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਥਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ।
ਖਾਣੀ ਨਾ ਬਾਣੀ ਪੌਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ। ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਬਹਾਏਂਦਾ। ਨਾ ਤਦ ਸੁਰਗ ਮੱਛ ਪਿਆਲਾ, ਦੋਜਕ ਭਿਸਤ ਨਹੀਂ ਖੈ ਕਾਲਾ। ਨਰਕ ਸੁਰਗ ਨਹੀਂ ਜੰਮਣ ਮਰਣਾ, ਨਾ ਕੋ ਆਏ ਨ ਜਾਏਂਦਾ। ਬ੍ਰਹਮਾ ਬਿਸ਼ਨ ਮਹੇਸ਼ ਨ ਕੋਈ, ਅਬਰ ਨ ਦੀਸੈ ਏਕੋ ਸੋਈ। ਨਾਰ ਪੁਰਖ ਨਹੀਂ ਜਾਤ ਨ ਜਨਮਾ, ਨਾ ਕੋ ਦੁਖ ਸੁਖ ਪਾਏਂਦਾ। ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖ ਵਾਸੀ। ਜੋਗੀ ਜੰਗਮ ਭੇਖ ਨ ਕੋਈ, ਨਾ ਕੋ ਨਾਥ ਕਹਾਏਂਦਾ। ਜਪ ਤਪ ਸੰਜਮ ਨਾ ਬ੍ਰਤ ਪੂਜਾ, ਨਾ ਕੋ ਆਖ ਬਖਾਣੈ ਦੂਜਾ। ਆਪੇ ਆਪ ਉਪਾਏ ਵਿਗਸੈ, ਆਪੇ ਕੀਮਤ ਪਾਏਂਦਾ। ਜਪ ਤਪ ਸੰਜਮ ਨਾ ਬ੍ਰਤ ਪੂਜਾ, ਨਾ ਕੋ ਆਖ ਵਖਾਣੈ ਦੂਜਾ। ਆਪੇ ਆਪ ਉਪਾਏ ਵਿਗਸੈ, ਆਪੇ ਕੀਮਤ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਗੱਦੀ ਤੇ ਬਿਰਾਜਮਾਨ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ
आप जी ने हुणे ही अलाही बाणी दा रस पिन्ना कीर्तन श्री आसा जी की वार आप जी ने श्रवण की है। सो आओ गुरु सवारियो समा है जो चल रही लड़ीवार गुरबाणी दी कथा। मारू राग दे विचों आप संगतां श्रवण करदियां आ रहीआं हन। जो पावन शब्द दे आप जी ने पहले 6 बंद श्रवण कीते हन। इस पावन शब्द की आपां ने विचार श्रवण करनी है। आओ अपनियां मन बिरतियां इकागर करिए, ध्यान गुरु चरणों नाल जोड़िए ते गुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र, आखो जी सतनाम श्री वाहिगुरु साहिब जी। फिर आखो जी सतनाम श्री वाहिगुरु साहिब जी। मारू महला पहला। अरबद नरबद धुंधुकारा, धरन न गगना हुक्म अपारा। मारू राग दे विच पहले पातशाह धन धन साहिब श्री गुरु नानक देव महाराज साडे उत्ते बख्शिश कर रहे हैं। ये पावन शब्द मारू 16 बाणी दे विच सतगुरां दे पावन अंक 1035 तो प्रारंभ हुंदा है ते 1036 ते जाके इस पावन शब्द की समाप्ति है। अज दे इस पावन शब्द द्वारा गुरु नानक साहब महाराज उस समय की गल करते हैं जदों महापरलो सी। ना दिन सी ना रात सी, ना कोई 84 लाख जीआ जोनी सन, ना धरती सी, कुछ भी नहीं सी, धुंधुकार ही सी। उस समय का सतगुरु जी अज दे पावन शब्द द्वारा वर्णन कर रहे हैं। जो जग्यासू जनन ने सवाल किया कि पातशाह जी आप जी कृपा करके दसो कि संसार कदों दा बनिया, संसार कदों दा बनिया ते संसार बनन तो पहला है की सी। हुण जे सानू पुछ लवे कोई संसार बनिया कदों है, आपां दस नहीं सकते, क्योंकि सानू अपने जन्म का पता है कि फलानी संत साडा जन्म होया, आ डेट है साडे जन्म की। तो मरना जिमें सानू मरना पता नहीं है कि आप मरना कदों है, इस तरह परमात्मा दे बनाए हुए संसार का पता नहीं कदों बनया है, वो परमात्मा ही जानता है। वो वाहिगुरु का एडा बड़ा बेअंत है। कीता पसाओ एको कवाओ, तिसते होए लख दरियाओ। कुदरत कवन कहा विचार, बारिया ना जावा एक बार। जो तुद भावै साई भली कार, तू सदा सलामत निरंकार। ते संसार दे बाबत ये दसिया नहीं जा सकता कि कदों बनिया। ते गुरु नानक साहब महाराज नूं जो सवाल कीते, सतगुरु गुरु नानक पातशाह कहने कित्ता गिणती करके दसीए। कहते अरबद नरबद धुंधुकारा। 100 करोड़ का 1 अरब बनता, 100 करोड़ का 1 अरब, ते 10 अरब का फिर 1 खरब बनता है। गुरु नानक पातशाह कहते ये तो भी आप
ਹੱਦ ਕੇ ਕੇਵਲ ਅੰਦਾਜ਼ਾ ਲਾਇਆ ਹੈ। ਕਹਿੰਦੇ ਇਹ ਤੋਂ ਪਹਿਲਾਂ ਦੀਆਂ ਗੱਲਾਂ, ਕਹਿੰਦੇ ਇੰਨਾ ਸਮਾਂ ਲੰਘ ਚੁੱਕਾ ਸੀ। ਕਹਿੰਦੇ ਉਦੋਂ ਕੇਵਲ ਕੀ ਸੀ? ਧੁੰਦੂਕਾਰ ਹੀ ਸੀ, ਧੁੰਦ ਹੀ ਸੀ, ਹਨੇਰਾ ਹੀ ਹਨੇਰਾ ਸੀ, ਕੁਝ ਵੀ ਦਿਖਾਈ ਕੁਝ ਨਹੀਂ ਸੀ। ਨਾ ਧਰਤੀ ਸੀ, ਨਾ ਹਵਾ ਸੀ, ਨਾ ਪੌਣ ਸੀ, ਕੁਝ ਵੀ ਨਹੀਂ ਸੀ। ਤੇ ਹਾਲਤ ਕਿਹੋ ਜਿਹੀ? ਕਹਿੰਦੇ ਧਰਨ ਨਾ ਗਗਨ ਨਾ ਹੁਕਮ ਅਪਾਰਾ। ਨਾ ਧਰਤੀ ਸੀ, ਨਾ ਗਗਨ ਆਕਾਸ਼ ਸੀ, ਤੇ ਨਾ ਹੀ ਪਰਮਾਤਮਾ ਦਾ ਫਿਰ ਹੁਕਮ ਸੀ। ਕਿਉਂਕਿ ਹੁਕਮ ਤਾਂ ਪਰਮਾਤਮਾ ਸਾਡੇ ਉੱਤੇ ਚਲਾ ਰਹੇ ਨਾ, ਸਾਰੇ ਜੀਵਾਂ ਉੱਤੇ। ਜਦੋਂ ਜੀਵ ਜੰਤੂ ਨਹੀਂ ਸੀ ਤੇ ਹੁਕਮ ਕਿਹਦੇ ਉੱਤੇ ਚੱਲਣਾ ਸੀ? ਇਸ ਕਰਕੇ ਨਾ ਹੁਕਮ, ਅਪਾਰ ਪਰਮੇਸ਼ਰ ਦਾ ਨਾ ਹੁਕਮ ਸੀ। ਤੇ ਉਦੋਂ ਅਵਸਥਾ ਕਿਹੋ ਜਿਹੀ ਸੀ? ਤੇ ਸਤਿਗੁਰੂ ਕਹਿੰਦੇ ਨੇ ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਨਾ ਦਿਨ ਸੀ, ਨਾ ਰਹਿਣ ਰਾਤ ਸੀ, ਨਾ ਚੰਦਰਮਾ ਸੀ, ਨਾ ਸੂਰਜ ਸੀ। ਤੇ ਉਦੋਂ ਕੌਣ ਸੀ? ਕਹਿੰਦੇ ਪਰਮੇਸ਼ਰ ਵਾਹਿਗੁਰੂ ਆਪ ਹੀ ਸੀ, ਜਿਨ੍ਹਾਂ ਅਫਰ ਅਵਸਥਾ ਵਿੱਚ ਆਪਣੀ ਸਮਾਧੀ ਲਾਈ ਹੋਈ ਸੀ। ਸੁਨ ਸਮਾਧ ਲਗਾਏਂਦਾ, ਵਾਹਿਗੁਰੂ ਆਪਣੀ ਸਮਾਧੀ ਲਾ ਕੇ ਬੈਠਾ ਹੋਇਆ ਸੀ, ਬਾ ਕੁਝ ਵੀ ਨਹੀਂ ਸੀ। ਜਦੋਂ ਹਿੰਦੂ ਮਤ ਦੇ ਆਪਾਂ ਗ੍ਰੰਥ ਪੜ੍ਹਦੇ ਹਾਂ, ਹਿੰਦੂ ਮਤ ਦੇ ਗ੍ਰੰਥਾਂ ਮੁਤਾਬਿਕ ਜਿਹੜੀ ਇਹ ਧਰਤੀ ਜਿਹੜੀ ਹੈ ਪੈਦਾ ਕੀਤੀ ਪਰਮਾਤਮਾ ਨੇ, ਉਹਨਾਂ ਦੇ ਗ੍ਰੰਥਾਂ ਮੁਤਾਬਿਕ ਜਦੋਂ ਮੱਧ ਤੇ ਕੈਟਵ ਜਿਹੜੇ ਦੋ ਦੈਂਤ ਸੀ, ਉਹਨਾਂ ਦੈਂਤਾਂ ਦਾ ਆਪਸ ਵਿੱਚ ਜਦੋਂ ਵਿਸ਼ਨੂੰ ਜੀ ਨਾਲ ਮੁਕਾਬਲਾ ਹੋਇਆ ਤੇ ਉਹਨਾਂ ਨੂੰ ਖਤਮ ਕਰਦੇ ਗਏ, ਉਹਨਾਂ ਦੀ ਮਿੱਝ ਧਰਤੀ ਉੱਤੇ ਡਿੱਗੀ ਤੇ ਉੱਥੋਂ ਫਿਰ ਜਿਹੜਾ ਹੈ ਇਹ ਧਰਤੀ ਬਣੀ ਹੈ। ਇਹ ਹਿੰਦੂ ਮਤ ਦੇ ਗ੍ਰੰਥਾਂ ਮੁਤਾਬਕ ਗੁਰਮਤ ਦੇ ਵਿੱਚ ਨਹੀਂ ਹੈ। ਗੁਰਮਤ ਇਸ ਗੱਲ ਦਾ ਖੰਡਨ ਕਰਦੀ ਹੈ ਤੇ ਗੁਰਮਤ ਕਹਿੰਦੀ ਹੈ ਕਿ ਨਹੀਂ, ਪਰਮਾਤਮਾ ਤੋਂ ਹੀ ਧਰਤੀ ਪੈਦਾ ਹੋਈ, ਪਰਮਾਤਮਾ ਨੇ ਫਿਰ ਜੀਵ ਜੰਤੂ ਪੈਦਾ ਕੀਤੇ, ਉਸ ਵਾਹਿਗੁਰੂ ਦੀ ਹੀ ਇਹ ਸਾਰੀ ਖੇਡ ਰਚਾਈ ਹੋਈ ਹੈ। ਉਦੋਂ ਸਮਾਂ ਇਹੋ ਜਿਹਾ ਸੀ, ਪਰਮਾਤਮਾ ਅਫਰ ਅਵਸਥਾ ਵਿੱਚ ਬੈਠ ਗਿਆ, ਸੁਨ ਸਮਾਧੀ ਦੇ ਵਿੱਚ। ਤੇ ਸੁਨ ਸਮਾਧੀ ਵਿੱਚ ਬੈਠਿਆਂ ਹੋਇਆਂ ਵਾਹਿਗੁਰੂ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਕੋਈ ਖੇਡ ਖੇਡੀ ਜਾਵੇ। ਹੁਣ ਖੇਡ ਖੇਡਣ ਦੇ ਲਈ ਇਕੱਲਾ ਬੰਦਾ ਖੇਡ ਨਹੀਂ ਖੇਡ ਸਕਦਾ, 4 ਬੰਦੇ ਇਕੱਠੇ ਕਰਨੇ ਪੈਂਦੇ ਨੇ, 5-7 ਬੱਚੇ ਇਕੱਠੇ ਹੁੰਦੇ ਨੇ ਤੇ ਇਕੱਠੇ ਹੋ ਕੇ ਉਹ ਖੇਡਾਂ ਖੇਡਦੇ ਨੇ। ਤੇ ਵਾਹਿਗੁਰੂ ਨੇ ਸੋਚਿਆ ਹੁਣ ਖੇਡ ਕਿਵੇਂ ਖੇਡੀਏ? ਤੇ ਵਾਹਿਗੁਰੂ ਨੇ ਫਿਰ ਗੁਰੂ ਸਵਾਰਿਓ ਇਹ ਸੰਸਾਰ ਦੀ ਸਿਰਜਣਾ ਕਰ ਦਿੱਤੀ, 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ, ਧਰਤੀ ਬਣਾ ਦਿੱਤੀ। ਧਰਤੀ ਬਣਾਉਣ ਉਪਰੰਤ ਵਾਹਿਗੁਰੂ ਨੇ ਫਿਰ ਸੰਸਾਰ 'ਚ ਭੇਜ ਦਿੱਤਾ ਜੀਵ ਪੈਦਾ ਕਰਕੇ, ਚਾਓ ਭਾਈ ਮਾਤ ਲੋਕ ਵਿੱਚ ਖੇਡ ਖੇਡ ਕੇ ਆਵੋ। ਤੇ ਜੀਵ ਮਾਤ ਲੋਕ ਵਿੱਚ ਆਏ ਤੇ ਖੇਡ ਵਿੱਚ ਐਸੇ ਮਸਤ ਹੋ ਗਏ, ਆਪਣੇ ਅਸਲ ਘਰ ਨੂੰ ਇਹ ਭੁੱਲੇ ਗਏ ਕਿ ਮੇਰਾ ਅਸਲ ਘਰ ਕੀ ਹੈ। ਜੇ ਬੱਚਾ ਗੁਰੂ ਸਵਾਰਿਓ ਆਪਣੇ ਘਰੋਂ ਨਿਕਲਦਾ, ਸਾਰਾ ਦਿਨ ਬੱਚਾ ਖੇਡਦਾ ਏ ਤੇ ਸ਼ਾਮਾਂ ਨੂੰ ਫਿਰ ਵਾਪਸ ਜਾਂਦਾ ਨਾ, ਘਰ ਵਾਪਸ ਮੁੜਦਾ। ਤੇ ਇਸੇ ਤਰ੍ਹਾਂ ਹੀ ਸੰਸਾਰ ਸਾਡਾ ਅਸਲ ਘਰ ਨਹੀਂ ਹੈ। ਪਰਮਾਤਮਾ ਨੇ ਖੇਡ ਖੇਡਣ ਲਈ ਸਾਨੂੰ ਭੇਜਿਆ। ਕਿਸੇ ਨੂੰ ਪਰਮਾਤਮਾ ਨੇ 20 ਜ਼ਿੰਦਗੀ ਦੇ 20 ਵਰ੍ਹੇ ਦੇਣਾ ਕੀਤੇ, ਕਿਸੇ ਨੂੰ ਗੁਰੂ ਸਾਹਿਬ 50 ਵਰ੍ਹੇ ਦੇਣਾ ਕੀਤੇ, ਕਿਸੇ 100 ਵਰ੍ਹਾ ਦੇਣਾ ਕੀਤਾ ਹੈ। ਇਸ ਤਰ੍ਹਾਂ ਵੱਖਰੇ ਵੱਖਰੇ ਸਵਾਸਾਂ ਰੂਪੀ ਪੂੰਜੀ ਪਰਮਾਤਮਾ ਦਿੱਤੀ ਹੈ। ਉਹ ਆਪਾਂ ਮਾਲਕ ਪਾਸੋਂ ਮੰਗ ਕੇ ਆਏ ਸੀ ਕਿ ਮਾਲਕ ਮੈਨੂੰ ਇੰਨਾ ਸਮਾਂ ਦੇ, ਇੰਨੇ ਸਵਾਸ ਦੇ, ਮੈਂ ਇੰਨਾ ਸਮਾਂ ਸੰਸਾਰ ਵਿੱਚ ਜਾਵਾਂਗਾ ਕਿ ਖੇਡ ਖੇਡ ਕੇ ਵਾਪਸ ਆਵਾਂਗਾ। ਪਰ ਸੱਚੀ ਖੇਡ ਆਪਾਂ ਖੇਡ ਨਹੀਂ ਸਕੇ, ਝੂਠੀਆਂ ਖੇਡਾਂ ਸਾਰੀ ਜ਼ਿੰਦਗੀ ਖੇਡਦੇ ਰਹੇ। ਤੇ ਫਿਰ ਸਮਾਂ ਆਇਆ ਗੁਰੂ ਸਵਾਰੇ ਜਾਣ ਦਾ, ਤੇ ਉੱਥੇ ਫਿਰ ਸਭ ਕੁਝ ਇੱਥੇ ਰਹਿ ਗਿਆ। ਤੇ ਸਤਿਗੁਰੂ ਉਹ ਸਮਝਾਉਂਦੇ ਨੇ, ਕਹਿੰਦੇ ਪਰਮਾਤਮਾ ਨੇ ਖੇਡ ਖੇਡਣ ਦੇ ਵਿੱਚ ਹੀ ਇਹ ਕਹਿੰਦੇ ਇਹ ਜਗਤ ਦੀ ਸਿਰਜਣਾ ਕੀਤੀ, ਜੀਵ ਜੰਤੂ ਬਣਾਉਣਾ ਕੀਤੇ ਹਨ। ਕਿਉਂਕਿ ਦੇਖੋ ਇਹ ਗੁਰਬਾਣੀ 'ਚ ਸਾਨੂੰ ਪ੍ਰਮਾਣ ਮਿਲਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ।
मैं उस मालक दा दास हाँ ते जग दा तमाशा देखना है। तमाशा की ना खेड, कि खेड देखण आया संसार में की हो रहा, वाहिगुरू किवें खेडां खिडा रहा है। तो सतगुरु इत्थे बचन करते हैं, कहते उस समय मालक ने प्रभु ने विचार की। प्रभु परमात्मा कहते जदों ना दिन सी ना रैण सी, रात सी ना चंद्रमा सी ना सूरज सी, उदों वाहिगुरू परमात्मा सुन समाध लगाए दा समाधि ला के कहते इस तरह वो बैठा होया सी अफर अवस्था दे विच। खाणी ना बाणी पाउण ना पानी, ओपत खपत ना आवण जानी। ना चार खाणियां, क्योंकि जो संसार की परमात्मा ने सिरजना की, जीव बनाना कीते, जीव जंतु बनाने वास्ते वाहिगुरू ने चार खाणियां पैदा कीतियां। वो चार खाणियां ने अंडज जेरज सेतज उत्पुज। ये चार खाणियां विच अंडियां तो पैदा होने वाले, पसीने तो पैदा होने वाले, जेर तो पैदा होने वाले, ते इते उत्पज अपने आप तो गुरु सरे पैदा होने वाले, मुड़के तो पैदा होने वाले। ते जिवें ये चार प्रकार दीयां खाणियां वाहिगुरू ने बनाईयां, ते सतगुरु कहते पर उदों समा इहो जिहा सी जदों अरबद नरबद सी ना, कहते धुंधूकार ही सी, कहते ना खाणियां चार खाणियां सी, ना ही मनुख दीयां बाणीआं, चार बाणीआं मनीआं गईयां ने। ना कहते ये बाणियां सी, भाव कोई भी बोलण वाला नहीं सी, ना पौण सी ना पानी सी, क्योंकि पौण दे राही साडे साह चलदे ने। ना हवा सी ना जल सी, ओपत खपत ना आवण जानी। हुण जिवें संसार विच आपां जन्म लैंदे आ, जन्म लैके जीव फिर मर के चलिया जांदा, ये सिलसिला लगातार जारी है, सफ़र दे विच आपां सारे। पर गुरु नानक पातशाह कहते उदों ये समा सी संसार बनन तो पहलां दी गल, कहते ना तां भाई कोई जन्म लैके आउंदा सी, ना कोई मरदा सी, ना जम्मण मरना सी, ना जीव दा आउणा जाना सी, ये सब कुछ खत्म सी। क्योंकि जिस वक्त परमात्मा ने ये मन च विचार की, ते उदों परमात्मा एक तो बहुते रूप होने दे लई वाहिगुरू ने सब तो पहला अपनी माया आप पसारी, अपने संकल्प दे राही माया पैदा की। उसे माया तो फिर गुरु सवारिओ वाहिगुरू ने ये अगे खेड़ वरताई है, जीवां दी सिरजना करके धरती बना के, ते इत्थे फिर वाहिगुरू ने खेड़ वाले माया दा पसारा ऐसा फैलाया कि जीव माया विच गलतान हो गया। जिस माया नूं परमात्मा ने पैदा किया है, उस वाहिगुरू नूं ये जीव भुल गया, जीव ने विसार दिता। गुरु ग्रंथ साहिब महाराज दे विच रामकली राग दे विच सतगुरु दे एक शब्द आउंदा है, भगत नाम दे सहबान जी दा। वो भी गुरु नानक साहब महाराज दे बचनां सहमति जता रहे हैं। वो कहंदे ने माए न होती बाप न होता, कर्म कहाँ ते आया, चंद न होता सूर न होता। कहते ना चंद्रमा सी ना सूरज सी, ते इस तरह कहते ना बाप सी ना माँ सी। कहते फिर भाई कर्म कित्थों आ गए, क्योंकि माता पिता के संबंध के राही ही संसार भी जीव का वजूद हुंदा है। जो है ही नहीं सी कुछ भी, ना माँ ना बाप ना भैन ना भरा ना ताया ना चाची, कुछ भी नहीं सी। ते सतगुरु कहते जदों ये नहीं सी, ना चंद्रमा सी ना सूरज सी ना पानी सी ना हवा सी ना अग सी, कुछ भी नहीं सी। कहते उदों एक ऐसी शख्सियत सी जिहड़ी अज भी है ते कल नूं भी होवेगी ते पिछे भी सी। वो कौन सी? परमेश्वर वाहिगुरू। परमेश्वर अज भी है,
परमेश्वर कल नूं भी है ते परमेश्वर परसों भी है। आपां अज ने ते कल नूं आपां नहीं होना, ये सच्चाई है। कल नूं आपां नहीं होना, क्योंकि ये परमात्मा ने विधान बनाया होया है। जदों जन्म लैके संसार विच आए ते मरना गुरु सर अटल सच्चाई है। साढ़े बाप दादे चले गए तो कल नूं बारी अपनी भी आनी है। सतगुर दे बचन आपां पढ़दे हां, तकरीबन हर गुरु नानक लेवल संगतां दी रसना उत्ते बचन सतगुर दे कंठ ने हर एक नूं कि जेहा चीरी लिखिया तेहा हुक्म कमाहे, घल्ले आवै नानका सदे उठी जाहे। वाहिगुरू दे घल्ले संसार विच आउंदे ने, जदों सद्दा आउंदा ते सुनेहा आ जांदा ते उदों फिर गुरु सरे संसार तो उठ के चले जांदे ने। शरीर इत्थे रह जांदा ते जिंद निकल जांदी है ते परिवार दे मैंबर इकट्ठे हो के शरीर नूं रोंदे फिरदे ने। फिर उसे शरीर नूं, जिहड़े शरीर नूं गुरु सरे पालना पोषणा कीती सी, संभाल कीती शरीर दी, परिवार दे जीआं ने समय समय उस खुराक दित्ती, वस्त्र दिते, ते उहे शरीर नूं फिर उही परिवार दे जी इकट्ठे हो के साड़दे ने, संस्कार करदे ने। जदों तक जिंद अंदर है उदों तक शरीर दी कीमत है। जदों जिंद खत्म हो गई तो गुरु सवारे फिर शरीर दी कीमत कोई नहीं रह जाती। फिर तो शरीर है की है, परमात्मा ने किस तरह बनाना कीता है। भगत रविदास साहबान जी एक शब्द है सोठ राग दी भगत बाणी विच। भगत जी कहते हैं, जल की भीत पवन का थंबा, रक्त बूंद का गारा, हाड मास नारी को पिंजर, पंखी बसै बिचारा, प्राणी क्या मेरा क्या तेरा, जैसे तरबर पंख बसेरा, राखो कंद उसारो नीवा, राखो कंद उसारो नीवा, 3.5 हाथ तेरी सीवा। कह डूंगियां डूंगियां नीयां पुट के बड़े बड़े आलीशान मकान बना ले, ते कहंदा मेरा घर मेरा मकान। पर ऐ जीव जो तेरा अंतम समा आना, 3.5 हाथ तैनूं धरती प्राप्त होनी है, ये तो वध नहीं मिल सकती है। हाँ जे कोई किसा कद लंबा होवे ते भगत कबीर साहबान जी ने भगत रविदास साहबान की हाँ च हाँ मिलाना की। कहते ने हाँ भगत जी सही कह रहे हैं कि 3 हाथ 3 गिठ धरती जीव नूं प्राप्त होनी है। पर कहते नाल ही कहते घनी तां 4.25। कोई लम्मे कद वाला होवेगा ना, कोई किदा लंबा कद होवे, उन्होंने कहते वध तो 4.25 धरती नसीब हो सकती है। ये तो वध जी चिखा है, वड्डी चिखा तैयार नहीं हो सकती है। इन्ना को मनुख का कद काठ है। ये मनुख की निशानी है। मनुख इस तरह परमात्मा ने बनाया। जल की भीत, जिवें आपां कहते पानी की कंध, ते पानी की कंध नूं सहारा दिता पवन हवा की थंबी लाई हुई है। ते गुरु सवारे ना पानी की कंध थिर रह सकती है, ना हवा एक थां ते आपां रोक सकते हैं। ते चनाई किवें कीती है? कहते रकत बूंद का गारा, माता दे लहू दे नाल पिता दे बिंद दे राही कहते इस तरह ये गारा बना के जीव दे शरीर नूं परमात्मा ने बनाना कीता है। शरीर विच है की है? कहते ने हाड मास नारी को पिंजर। हड ने, मास ने, नाड़ियां ने, कहते ये पिंजरा बनिया होया, आलना बनिया एक तरह का। ते जीव रूपी पंछी इस आलने विच रह रहा ते सारी उम्र मेरी मेरी करदा फिरदा है। कहते प्राणी
क्या मेरा क्या तेरा, तेरा मेर तेरे छड़ दे, मेर तेरे नूं त्याग, तेरा कुछ भी नहीं है। क्योंकि जो कुछ भी है परमात्मा ने तैनूं दिता ते परमात्मा ने समय अनुसार तेरे पासों लै लेना है। इस करके गुरु सवारे इत्थे सतगुरु पातशाह बचन करते ने, कहते जदों चार खाणियां नहीं सी उदों की सी, उदों परमात्मा सी। पौण नहीं सी, हवा नहीं सी, खाणी ना बाणी, पौण ना पानी, ओपत खपत ना आवण जानी। कहते उदों ना हवा सी, ना पानी सी, ना चार खाणियां सी, ना चार बाणियां सी। कहते ना कहते कोई जमदा सी ना मरदा सी। आना जिहड़ा आउण जाण दा चक्कर सी ये बिल्कुल खत्म सी। ते उदों परमात्मा उदों भी सी ते परमात्मा अज भी है ते परमात्मा कल नूं भी होवेगा। खंड पताल सपत नहीं सागर, नदी न नीर बहाएंदा। खंड नौ खंड पृथ्वी, पताल सत पताल, ते इस तरह पताल खंड पताल सपत नहीं सागर। ना गुरु सवारे कोई सागर समुंदर सी, ना नदियां दा बहा सी। क्यों धरती नहीं सी, जब धरती पैदा हुई धरती उत्ते ही फिर ये नदियां चलियां, धरती दे उत्ते ही गुरु सवारे बड़े बड़े समुंदर तैयार होए ने, बड़े बड़े पहाड़ बड़े ने। तो इनू पैदा करने वाला कौन है? परमात्मा वाहिगुरु। क्योंकि उस मालक वाहिगुरु ने ही ये धरती की सिरजना की। आप सतगुर के बचन पढ़ते हैं ना कि मेहरबान साहिब मेहरबान, साहिब मेरा मेहरबान, जी सगल को दे दान। तू काहे डोलह प्राणियां, तुद राखेगा सिरजनहार। जिन पैदाइश तू किया, सोई दे आधार। जिन उपाई मेदनी, सोई करदा सार। जिस परमात्मा ने मेदनी ये धरती संसार पैदा किया, उही वाहिगुरु सार संभाल करने वाला है। पर इत्थे गुरु नानक पातशाह महाराज उस समय की गल करते जो कुछ भी नहीं सी, ना खंड सी, ना पताल सी, ना गुरु सारे दीप सन, ना सागर सी, ना नदियां दा नीर बह रहा सी, पर नदियां इत्यादि कुछ भी नहीं सी। ना तद सुरग मछ प्याला, दोजक भिसत नहीं खै काला। ते सतगुरु कहते ने ना उदों कहते ना तद सुरग, सुरग दा स्वर्ग, मछ प्याला, मात लोक ते पताल लोक। ये तीन लोकां की गिनती है, स्वर्ग लोक, पताल लोक ते मात लोक। ते पातशाह कहते ना ये स्वर्ग सी, ना मात लोक सी, ना पताल सी, कुछ भी नहीं सी। ते उदों दोजक भिसत नहीं खै काला। जिवें हिंदू मत विच स्वर्ग ते नरक की गल की गई है, इस्लाम दे विच, इस्लाम की बोली विच ते भिसत ते दोजक की गल की गई है। भिसत कहते ने स्वर्गां नूं, दोजक कहते ने नरकां नूं। ते सतगुरु कहते उदों ना कहते कोई स्वर्ग सी, ना नरक सी, ना भिसत सी, ना दोजक सी। क्योंकि जदों जीव ही नहीं सी, जीवा ने ही स्वर्ग ते नरक भी जाना सी ना। जो परमात्मा ने कुछ पैदा ही नहीं किया सी, परमात्मा आप ही अपर अवस्था विच बैठा समाधि ला के बैठा होया सी, ते गुरु सवारे फिर कर्म कित्थों होने सी? कर्म तो जीव ने करने ना। वाहिगुरु ने सानू शरीर बख्श दिते ते आपां हुण कर्म कर रहे हैं, अपने अपने कर्म आप भोग रहे हैं। कोई अपनी जिंदगी सुखां में बतीत करदा, कईयां दे जिंदगी दे विच गुरु सवारे दुख ही होंदे, जन्म तो लैके मरण तक, अंतम समय तक वो दुखी रहिंदे ने। है खेड़ सारी परमात्मा है, वह भी मनुख है, जिहड़ा सुखी है वह भी मनुख है।
ਤੇ ਹਰ ਇੱਕ ਦੇ ਆਪਣੇ ਆਪਣੇ ਕਰਮ ਨੇ। ਕਰਮ ਕੌਣ ਕਰਾ ਰਿਹਾ? ਕਰਮ ਕਰਵਾ ਰਿਹਾ ਪਰਮਾਤਮਾ, ਵਾਹਿਗੁਰੂ ਕਰਵਾ ਰਿਹਾ। ਤੇ ਕਰਮਾਂ ਦੇ ਕਰਕੇ ਹੀ ਆਪਾਂ ਸੰਸਾਰ ਵਿੱਚ ਵਿਚਰ ਰਹੇ ਹਾਂ। ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਰਾਜਾ ਹੈ, ਕੋਈ ਭਿਖਾਰੀ ਹੈ। ਤੇ ਇਹ ਗੁਰੂ ਸਾਹਿਬ ਸਾਡੇ ਇਹ ਕਰਮ ਨੇ। ਤੇ ਸਤਿਗੁਰੂ ਪਰ ਇੱਥੇ ਬਚਨ ਕਰਦੇ, ਕਹਿੰਦੇ ਉਦੋਂ ਕੁਝ ਨਹੀਂ ਸੀ, ਕਿਉਂ ਜੀਵ ਨਹੀਂ ਤਿਆਰ ਹੋਏ ਸੀ, ਨਾ ਮਨੁੱਖ ਬਣਿਆ ਸੀ, ਨਾ ਧਰਤੀ ਬਣੀ ਸੀ, ਉਦੋਂ ਧੁੰਦੂਕਾਰ ਹੀ ਸੀ। ਤੇ ਕਹਿੰਦੇ ਨਾ ਤਾਂ ਕਹਿੰਦੇ ਦੋਜਕ ਭਿਸਤ ਨਹੀਂ ਖੈ ਕਾਲਾ, ਨਾ ਦੋਜਕ ਸੀ ਨਾ ਭਿਸ ਸੀ, ਨਹੀਂ ਕਹਿੰਦੇ ਕਾਲ, ਨਾ ਹੀ ਕਾਲ ਸੀ। ਅੱਜ ਸਾਰਾ ਸੰਸਾਰ ਕਾਲ ਦੇ ਅਧੀਨ ਨਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਕਾਲ ਦਾ ਤਮਾਸ਼ਾ ਹੈ। ਪਰ ਉਹ ਸਤਿਗੁਰੂ ਉਦੋਂ ਦੀ ਗੱਲ ਕਰਦੇ, ਕਹਿੰਦੇ ਉਦੋਂ ਕਾਲ ਵੀ ਨਹੀਂ ਸੀ। ਉਦੋਂ ਕੌਣ ਸੀ? ਕਾਲਣ ਕੋ ਕਾਲ ਮਹਾਕਾਲਣ ਕੋ ਕਾਲ ਹੈ। ਕਾਲਾਂ ਦਾ ਕਾਲ, ਮਹਾਕਾਲਣ ਦਾ ਕਾਲ ਕੌਣ ਹੈ? ਪਰਮਾਤਮਾ ਸੀ। ਪਰਮਾਤਮਾ ਉਦੋਂ ਵੀ ਸੀ, ਪਰਮਾਤਮਾ ਹੁਣ ਵੀ ਹੈ, ਤੇ ਪਰਮਾਤਮਾ ਅੱਗੇ ਵੀ ਹੋਵੇਗਾ। ਇਹ ਕਾਲ ਵੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ। ਇਸ ਕਰਕੇ ਉਹ ਸਮਾਂ ਸੀ, ਕਹਿੰਦੇ ਨਾ ਹੀ ਖੈ ਕਾਲ, ਨਾ ਹੀ ਕਿਸੇ ਕਾਲ ਕਿਸੇ ਨੂੰ ਖੈ ਕਰਦਾ ਸੀ, ਖਤਮ ਕਰਦਾ ਸੀ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਂਦਾ। ਹੁਣ ਆਮ ਤੌਰ 'ਤੇ ਆਪਾਂ ਮਨੁੱਖ ਦੇ ਕਰਮ ਦੇਖਦੇ ਹਾਂ। ਕਰਮ ਦੇਖ ਕੇ ਆਖ ਦਿੰਦੇ ਜਿਹੜਾ ਤਾਂ ਚੰਗੇ ਕੰਮ ਕਰੇ ਸੰਸਾਰ, ਲੋਕ ਭਲਾਈ ਦੇ ਕੰਮ ਕਰੇ, ਸੇਵਾ ਸਿਮਰਨ ਕਰੇ, ਗੁਰੂ ਘਰ ਟਹਿਲ ਸੇਵਾ ਕਰੇ, ਲੋੜਵੰਦਾਂ ਦੀ ਸਹਾਇਤਾ ਕਰੇ, ਆਪਾਂ ਕਹਿੰਦੇ ਫਲਾਣਾ ਮਨੁੱਖ ਵਧੀਆ ਸੀ। ਜਦੋਂ ਉਹ ਚੜ੍ਹਾਈ ਕਰਦਾ, ਤੇ ਇਹ ਸੋਚ ਹੈ ਸਾਡੀ ਕਿ ਉਹ ਜਿਹੜਾ ਜੀਵ ਹੈ ਇਹ ਸਵਰਗਾਂ ਵਿੱਚ ਚਲਿਆ ਗਿਆ। ਸਤਿਗੁਰ ਨੇ ਥਾਂ ਦੇ ਦਿੱਤੀ ਇਹਨੂੰ। ਜਿਹੜਾ ਗੁਰੂ ਸਰੇ ਹਰ ਸਮੇਂ ਚੋਰੀਆਂ ਠੱਗੀਆਂ ਕਰੇ, ਪਰਾਏ ਦਾ ਭਲਾ ਨਾ ਲੋਚੇ, ਮਾੜੇ ਕੰਮ ਕਰੇ, ਤੇ ਆਪਾਂ ਕਹਿੰਦੇ ਇਹ ਚੰਗਾ ਹੋਇਆ ਚਲੇ ਗਏ, ਇਹ ਨਰਕਾਂ ਦਾ ਅਧਿਕਾਰੀ ਹੈ। ਭਾਵ ਜੀਵ ਨੇ ਜਿਹੋ ਜਿਹੇ ਕਰਮ ਕੀਤੇ ਉਹਦੇ ਮੁਤਾਬਕ ਅੱਗੇ ਜੀਵ ਨੂੰ ਉਹੋ ਜਿਹਾ ਫਲ ਮਿਲ ਗਿਆ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਉਦੋਂ ਜੀਵ ਨਹੀਂ ਸੀ, ਕਹਿੰਦੇ ਨਾ ਤਾਂ ਕਹਿੰਦੇ ਫਿਰ ਸਵਰਗ ਸੀ ਨਾ ਨਰਕ ਸੀ। ਜਦੋਂ ਰੱਬ ਦੇ ਪਿਆਰੇ ਆਪਣੀ ਉਸ ਮਾਲਕ ਦੇ ਗੁਣ ਗਾ ਕੇ, ਮਾਲਕ ਵਿੱਚ ਭੇਦ ਹੁੰਦੇ ਨੇ ਨਾ, ਉਹ ਸਵਰਗ ਨਰਕ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਭਗਤ ਕਬੀਰ ਸਾਹਿਬਾਨ ਜੀ ਆਪਣੀ ਮੰਜ਼ਿਲ ਤੱਕ ਪਹੁੰਚ ਗਏ, ਅਵਸਥਾ ਬਣ ਗਈ, ਤੇ ਕਬੀਰ ਸਾਹਿਬਾਨ ਜੀ ਕਹਿਣ ਲੱਗੇ, ਕਬਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਹਿੰਦੇ ਨੇ ਕੀ ਹੈ ਨਰਕ, ਕੀ ਹੈ ਸਵਰਗ? ਰੱਬ ਦੇ ਪਿਆਰੇ ਸੰਤ ਜਨਨ ਤਾਂ ਦੋਨੋਂ ਹੀ ਛੱਡ ਦਿੱਤੇ। ਉਹਨਾਂ ਆਸ ਨਹੀਂ ਰੱਖਦੇ ਸਵਰਗ ਤੇ ਨਰਕ ਦੀ। ਰੱਬ ਦੇ ਪਿਆਰਿਆਂ ਦਾ ਤਾਂ ਜੀਵਨ ਕਿਹੋ ਜਿਹਾ? ਕਹਿੰਦੇ ਉਹ ਤਾਂ ਆਪਣੇ ਗੁਰ ਪ੍ਰਸਾਦੇ, ਗੁਰੂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਉਹ ਮਾਲਕ ਦੇ ਗੁਣ ਗਾਉਂਦੇ ਨੇ। ਬਸ ਉਹਨਾਂ ਦਾ ਜੀਵਨ ਹੈ ਕਿ ਜਿਹੜੀ ਜ਼ਿੰਦਗੀ ਮਿਲੀ ਹੈ, ਜ਼ਿੰਦਗੀ ਵਿੱਚ ਰਹਿ ਕੇ ਜਿੰਨੀ ਸਵਾਸਾ ਰੂਪੀ ਪੂੰਜੀ ਆ, ਅਸੀਂ ਮਾਲਕ ਵਾਹਿਗੁਰੂ ਦੇ ਗੁਣ ਗਾ ਲਈਏ ਅਤੇ ਮਾਲਕ ਵਿੱਚ ਭੇਦ ਹੋ ਜਾਈਏ। ਅਤੇ ਇੱਥੇ ਸਤਿਗੁਰੂ ਬਚਨ ਕਰ ਰਹੇ ਨੇ, ਕਹਿੰਦੇ ਨਰਕ ਸੁਰਗ ਨਹੀਂ ਜੰਮਣ ਮਰਨਾ। ਨਾ ਨਰਕ ਸੀ, ਨਾ ਸਵਰਗ ਸੀ, ਨਾ ਹੀ ਜੰਮਣ ਮਰਨਾ ਸੀ। ਜੰਮਣ ਮਰਨ ਕੁਝ ਵੀ ਨਹੀਂ, ਜੀਵ ਹੀ ਨਹੀਂ, ਜੰਮਣ ਮਰਨਾ ਕਿੱਥੋਂ ਹੋਣਾ ਸੀ? ਨਾ ਕੋ ਆਏ ਨਾ ਜਾਏਂਦਾ, ਨਾ ਸੰਸਾਰ ਵਿੱਚ ਜਨਮ ਲੈ ਕੇ ਕੋਈ ਆਉਂਦਾ ਸੀ, ਨਾ ਹੀ ਕੋਈ ਜਾਣ ਵਾਲਾ ਸੀ। ਕੁਝ ਵੀ ਨਹੀਂ ਸੀ। ਉਦੋਂ ਅਰਬਦ ਨਰ ਧੁੰਦੂਕਾਰਾ ਹੀ ਸੀ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਬਰ ਨ ਦੀਸੈ ਏਕੋ ਸੋਈ। ਸਤਿਗੁਰੂ ਫਿਰ ਕੌਣ ਸੀ? ਜੇ ਸਨਾਤਨ ਮਤ ਦੇ ਗ੍ਰੰਥ ਪੜ੍ਹੀਏ, ਉਹਨਾਂ ਦੇ ਗ੍ਰੰਥਾਂ ਮੁਤਾਬਕ ਇਹ ਤਿੰਨ ਦੇਵਤਿਆਂ ਨੂੰ ਮੁੱਖ ਮੰਨਦੇ ਨੇ। ਇਹਨਾਂ ਨੂੰ ਹੀ ਭਗਵਾਨ ਮੰਨਦੇ, ਬ੍ਰਹਮਾ ਵਿਸ਼ਨ ਅਤੇ ਮਹੇਸ਼ ਸ਼ਿਵ ਜੀ ਨੂੰ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਹ ਭਗਵਾਨ ਨਹੀਂ ਹਨ,
ਕਹਿੰਦੇ ਉਦੋਂ ਜੋ ਧੁੰਦੂਕਾਰ ਸੀ, ਕਹਿੰਦੇ ਨਾ ਤਾਂ ਬ੍ਰਹਮਾ ਜੀ ਸਨ, ਨਾ ਹੀ ਵਿਸ਼ਨੂੰ ਜੀ ਸੀ, ਨਾ ਸ਼ਿਵ ਜੀ ਸੀ। ਇੱਥੋਂ ਸਿੱਧ ਹੁੰਦਾ ਹੈ ਕਿ ਇਹ ਤਿੰਨ ਦੇਵਤੇ ਵੀ ਪਰਮਾਤਮਾ ਦੇ ਪੈਦਾ ਕੀਤੇ ਨੇ। ਪਰ ਦੁਨੀਆ ਦੇ ਲੋਕਾਂ ਨੇ ਗੁਰੂ ਸਵਾਰਿਓ ਇਹਨਾਂ ਨੂੰ ਹੀ ਦੇ ਭਗਵਾਨ ਮੰਨ ਕੇ ਇਹਨਾਂ ਦੀ ਪੂਜਾ ਕਰਨ ਲੱਗ ਪਏ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੂੰ ਭਗਵਾਨ ਮੰਨਦੇ ਨੇ ਨਾ, ਇਹ ਤਾਂ ਆਪ ਖੁਦ ਰੋਗੀ ਨੇ। ਗੁਰਬਾਣੀ ਵਿੱਚ ਪਾਤਸ਼ਾਹ ਨੇ ਬਚਨ ਕੀਤੇ ਨੇ ਕਿ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਰੋਗੀ ਸਗਲ ਸੰਸਾਰਾ। ਇਹ ਤਿੰਨ ਦੇਵਤਿਆਂ ਦਾ ਸਤਿਗੁਰ ਨੇ ਵਰਣਨ ਕਰਤਾ ਕਿ ਕਹਿੰਦੇ ਭਾਈ ਇਹ ਰੋਗੀ ਨੇ। ਜੇ ਇਹ ਰੋਗੀ ਸਾਰਾ ਸੰਸਾਰ ਉਹ ਕਿਵੇਂ ਰੋਗੀ ਹੋਏ ਨੇ? ਇਹਨਾਂ ਦੇ ਹੀ ਗ੍ਰੰਥ ਦੱਸਦੇ ਨੇ ਕਿ ਬ੍ਰਹਮਾ ਜੀ ਆਪਣੀ ਪੁੱਤਰੀ ਉੱਤੇ ਮੌਤ ਹੋ ਗਿਆ ਸੀ। ਪੁੱਤਰੀ ਉੱਤੇ ਮੌਤ ਹੋਵੇ, ਪੁੱਤਰੀ ਜਿੱਧਰਲੇ ਪਾਸੇ ਨੂੰ ਜਾਣ ਉੱਧਰਲੇ ਪਾਸੇ ਮੁੱਖ ਲਾ ਲਵੇ। ਅਤੇ ਇਸ ਤਰ੍ਹਾਂ ਫਿਰ ਗੁਰੂ ਸਵਾਰੇ ਤ੍ਰਿਸ਼ੂਲ ਦੇ ਨਾਲ ਸ਼ਿਵ ਜੀ ਨੇ ਉਹਦਾ ਮੁੱਖ ਵੱਢਣਾ ਕੀਤਾ ਸੀ ਇੱਕ। ਅਤੇ ਇਸੇ ਤਰ੍ਹਾਂ ਹੀ ਵਿਸ਼ਨੂੰ ਜੀ ਜਿਹੜੇ ਸਨ, ਜਲੰਧਰ ਦੈਂਤ ਦੇ ਨਾਲ ਵਿਸ਼ਨੂੰ ਜੀ ਦਾ ਯੁੱਧ ਹੋ ਰਿਹਾ। ਉਹਦੀ ਜਿਹੜੀ ਘਰ ਵਾਲੀ ਆਪਣੇ ਸਤੀ ਪ੍ਰਥਾ ਧਰਮ ਵਿੱਚ ਪ੍ਰਪੱਕ ਸੀ। ਕਾਫੀ ਲੰਮਾ ਸਮਾਂ ਚੱਲਿਆ, ਨਾ ਵਿਸ਼ਨੂੰ ਜੀ ਹਾਰਨ, ਨਾ ਜਲੰਧਰ ਦੈਂਤ ਹਾਰਨ। ਅਤੇ ਜਦੋਂ ਵੀ ਯੁੱਧ ਹੋਣਾ ਤਾਂ ਵਿਸ਼ਨੂੰ ਜੀ ਫਿਰ ਜੰਗ ਦੇ ਮੈਦਾਨ ਨੂੰ ਛੱਡ ਕੇ ਜਾਂਦੇ ਸੀ। ਅਤੇ ਗੁਰੂ ਸਵਾਰੇ ਕਹਿੰਦੇ ਨੇ ਉਸ ਸਮੇਂ ਫਿਰ ਵਿਸ਼ਨੂੰ ਜੀ ਨੇ ਪਤਾ ਕੀਤਾ ਕਿ ਇੰਨੀ ਸ਼ਕਤੀ ਤਾਂ ਕਿੱਥੋਂ ਆਈ ਇਹ ਸ਼ਕਤੀ। ਉਦੋਂ ਪਤਾ ਲੱਗੇ ਜਿਹੜੀ ਘਰ ਵਾਲੀ ਹੈ ਉਹ ਆਪਣੇ ਧਰਮ ਵਿੱਚ ਪਰਪੱਕ ਹੈ। ਅਤੇ ਗੁਰੂ ਸਵਾਰੇ ਉਦੋਂ ਸ਼੍ਰੀ ਵਿਸ਼ਨੂੰ ਜੀ ਨੇ ਉਹਦਾ ਸਤ ਭੰਗ ਕੀਤਾ, ਫਿਰ ਜਲੰਧਰ ਦੈਂਤ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਕਰਕੇ ਇਹ ਵਿਸ਼ਨੂੰ ਜੀ ਵੀ ਰੋਗੀ। ਅਤੇ ਤੀਜੇ ਨੇ ਜਿਹਨੂੰ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪਿਵ। ਕਲਗੀਧਰ ਪਾਤਸ਼ਾਹ ਨੇ ਗੱਲ ਹੀ ਮੁਕਾ ਦਿੱਤੀ। ਜਦੋਂ ਦੇਵਤੇ ਅਤੇ ਦੈਂਤਾਂ ਨੇ ਇਕੱਤਰ ਹੋ ਕੇ ਸਮੁੰਦਰ ਦਾ ਮਥਨ ਕੀਤਾ, ਸਮੁੰਦਰ ਨੂੰ ਰਿੜਕਿਆ, ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਸਨ। ਉਹਨਾਂ 14 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ ਆਬੇ ਹਯਾਤ, ਜਿਹਨੂੰ ਅੰਮ੍ਰਿਤ ਆਖਿਆ ਜਾਂਦਾ ਹੈ ਹਿੰਦੂ ਮਤ ਦੇ ਗ੍ਰੰਥਾਂ ਮੁਤਾਬਕ। ਉਸ ਅੰਮ੍ਰਿਤ ਨੂੰ ਪੀਣ ਦੇ ਲਈ ਦੈਂਤਾਂ ਅਤੇ ਦੇਵਤਿਆਂ ਦਾ ਆਪਸ ਵਿੱਚ ਝਗੜਾ ਹੋ ਗਿਆ। ਝਗੜਾ ਹੋਣ ਕਰਕੇ ਫਿਰ ਸ਼੍ਰੀ ਵਿਸ਼ਨੂੰ ਜੀ ਨੇ ਝਗੜੇ ਨੂੰ ਖਤਮ ਕਰਨ ਹਿੱਤ ਮੋਹਣੀ ਅਵਤਾਰ ਧਾਰਨ ਕੀਤਾ। ਮੋਹਣੀ ਅਵਤਾਰ ਧਾਰਿਆ ਅਤੇ ਉਹ ਜਿਹੜਾ ਜਲ ਸੀ, ਅੰਮ੍ਰਿਤ ਸੀ, ਉਹ ਦੇਵਤਿਆਂ ਨੂੰ ਛਕਾਇਆ, ਦੇਵਤੇ ਅਮਰ ਹੋਏ। ਅਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਮੋਹਣੀ ਰੂਪ ਸ਼ਿਵ ਜੀ ਨੇ ਦੇਖਣਾ ਕੀਤਾ ਅਤੇ ਸ਼ਿਵ ਜੀ ਮੌਤ ਹੋ ਗਿਆ ਸੀ। ਅਤੇ ਸ਼ਿਵ ਜੀ ਮੋਹਣੀ ਰੂਪ ਦੇ ਮਗਰ ਦੌੜੇ ਅਤੇ ਇਸ ਤਰ੍ਹਾਂ ਦੀ ਤਰਸਯੋਗ ਹਾਲਤ ਹੋ ਗਈ ਸੀ। ਅਤੇ ਸਤਿਗੁਰੂ ਕਹਿੰਦੇ ਇਸ ਪ੍ਰਕਾਰ ਇਹ ਤਿੰਨੇ ਜੀਵ ਰੋਗੀ ਨੇ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਹੋਣ ਕਰਕੇ ਇਹਨੂੰ ਰੋਗ ਲੱਗੇ ਹੋਏ ਨੇ। ਰੋਗੀ ਸਗਲ ਸੰਸਾਰਾ, ਸਾਰਾ ਸੰਸਾਰ ਹੀ ਅਸਲ ਵਿੱਚ ਰੋਗੀ ਹੈ। ਅਤੇ ਸਤਿਗੁਰੂ ਕਹਿੰਦੇ ਫਿਰ ਇਹ ਬ੍ਰਹਮਾ ਵਿਸ਼ਨ ਮਹੇਸ਼ ਕਿੱਥੋਂ ਭਗਵਾਨ ਹੋ ਗਏ ਨੇ? ਭਗਵਾਨ ਤਾਂ ਪਰਮੇਸ਼ਰ ਹੈ, ਉਹਦਾ ਕੋਈ ਰੂਪ ਰੰਗ ਹੀ ਨਹੀਂ ਹੈ। ਅਤੇ ਸਤਿਗੁਰੂ ਕਹਿੰਦੇ ਨੇ ਉਦੋਂ ਬ੍ਰਹਮਾ ਨਹੀਂ ਸੀ, ਵਿਸ਼ਨੂੰ ਨਹੀਂ ਸੀ, ਮਹੇਸ਼ ਨਹੀਂ ਸੀ, ਕੋਈ ਨਹੀਂ ਸੀ। ਅਵਰ ਨਾ ਦਿਸੈ, ਕੋਈ ਵੀ ਦਿਸ ਨਹੀਂ ਰਿਹਾ ਸੀ। ਕਹਿੰਦੇ ਕੌਣ ਸੀ ਫਿਰ? ਕਹਿੰਦੇ ਏਕੋ ਸੋਈ, ਇੱਕ ਪਰਮੇਸ਼ਰ ਵਾਹਿਗੁਰੂ ਹੀ ਸੀ। ਵਾਹਿਗੁਰੂ ਅੱਜ ਵੀ ਹੈ, ਵਾਹਿਗੁਰੂ ਕੱਲ੍ਹ ਵੀ ਹੈ, ਅਤੇ ਵਾਹਿਗੁਰੂ ਪਿੱਛੇ ਵੀ ਸੀ। ਵਾਹਿਗੁਰੂ ਨੇ ਅਕਾਲ ਪੁਰਖ ਨੇ ਅੱਜ ਵੀ ਰਹਿਣਾ ਅਤੇ ਕੱਲ੍ਹ ਨੂੰ ਵੀ ਰਹਿਣਾ ਹੈ। ਅਤੇ ਆਪਾਂ ਅੱਜ ਨੇ ਅਤੇ ਕੱਲ੍ਹ ਨੂੰ ਆਪਾਂ ਖਤਮ ਹੋ ਜਾਣਾ ਹੈ। ਇਸ ਕਰਕੇ ਉਹ ਮਾਲਕ ਵਾਹਿਗੁਰੂ ਇੱਕ ਦਾ ਹੀ ਪਸਾਰਾ ਸਾਰੀਆਂ ਥਾਵਾਂ 'ਤੇ ਫੈਲਿਆ ਹੋਇਆ ਹੈ। ਉਹ ਵਾਹਿਗੁਰੂ ਬੇਅੰਤ ਹੈ। ਅਤੇ ਸਤਿਗੁਰੂ ਬਾਦਸ਼ਾਹ ਬਖਸ਼ਿਸ਼ ਕਰਦੇ ਹਨ। ਅਗਲੀ ਪੰਕਤੀ ਦੀ ਕਿਰਪਾ ਕਰਦੇ ਹਨ। ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁੱਖ ਪਾਏਂਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਅੱਜ ਸੰਸਾਰ ਵਿੱਚ ਇਸਤਰੀ ਹੈ, ਪੁਰਸ਼ ਹੈ, ਅਤੇ ਇਹਨਾਂ ਮਨੁੱਖਾਂ ਨੇ ਹੀ ਜੀਵ ਨੂੰ ਫਿਰ ਜਾਤਾਂ ਵਿੱਚ ਵੰਡ ਲਿਆ।
जाति पाति विच, ते जन्म अनेकां जन्म लैंदे, अनेकां मरदे ने, अनेकां ही अपने कर्मां ਨੂੰ दुख सुख भोग रहे हैं। पर सतगुरु बचन करते जो उदों समा सी, जो अरब का धुंधूकारा सी, कहते ना तो कोई इस्त्री सी, ना कोई पुरख सी, ना कोई किसी दी जाति सी, ना ही कोई कहते जन्म लैके संसार विच आ रहा सी। संसार ही जन्म कितों होना सी, ना ही कोई दुख सी, ना कोई सुख प्राप्त कर रहा सी, पर इन्हां विचों कुछ भी नहीं सी। इस तरह की हालत सी। ना तद जति सती बनवासी, ना तद सिद्ध साधिक सुखवासी। गुरु पातशाह बख्शिश करते हैं, कहते जो संसार नहीं बनया सी, अरबन धुंधूकारे वेले, कहते उदों ना तो कहते कोई जति, जति उन्होंने आखे जिहड़ा अपने जत विच कायम होवे, ना कहते कोई सती सी, सत विच कायम होवे, ना गुरु सरे बनवासी, जंगल सी, जंगलों में रहन वाले लोग सी। क्यों जो जंगल ही नहीं सी, धरती नहीं सी, जंगल कित्थों बनने सन। ते पातशाह कहते उदों कुछ भी नहीं सी, ना ही कहते सिद्ध, ना तद सिद्ध साधक सुखवासी। सिद्ध पुरुष जिहड़े साधना करन वाले, लंबियां समाधियां ला के जिहड़े बैठते, लंबियां लंबियां समाधि 84 आसन लाउंदे हन, ते गुरु पातशाह कहते ना उदों सिद्ध पुरुष सी, ना साधक सन, ना ही कहते ये इस तरह इन्हां विच कुछ भी नहीं सी। ते परमात्मा उदों भी परमात्मा सी, अज भी परमात्मा है। जोगी जंगम भेख ना कोई, ना को नाथ कहाएंदा। संसार दे विच, धार्मिक दुनिया दे विच अनेकां प्रकार दे भेख ने। बखरा बखरा भेख हर एक जीव जिहड़ा धार्मी इंसान है धारण करता है। कोई कन पाटे जोगी हो गए, कईयां ने अपने शरीर उत्ते भस्म मार ली, कईयां ने गेरू रंग दे वस्त्र पहन ले, कईयां ने सिर उत्ते जटा रखना कीतियां, कईयां ने गुरु सवारियो अपने नग्न अवस्था विच फिरन लग पे, वस्त्र पहनने छड़ दिते। कई ऐसे ने जिन्हां ने पैर जोड़ा दिता। सारे भेख ने एक तरह दे। पर गुरु पातशाह नूं पुछो, गुरु ग्रंथ साहिब महाराज कहते ने ये जिहड़ा जिन्ना भी है एक तरह पखंड है। कहते ये जे तां इहो जिहा भेख लिबास पहनण करके सानूं रब चेते आंदा, रब विच आपां एकमिक हुंदे आ, फिर तां तेरा पहनिया होया धर्म दे नाम ते लिबास प्रवान है। पर जेकर तू लिबास पहनिया होया पर तेरे अंदर धर्म का एक भी गुण नहीं है, तो गुरु पातशाह कहते फिर एक तरह ये तेरा पखंड होवेगा। क्योंकि जे आपां साडा भी भेख है 5 ककारां दी वर्दी पहननी, वर्दी पहन के जे सानू गुरु चेते आउंदा, अपने लिबास विच आपां लिबास पहनिया, गुरु दा बाणा पहनिया होया, सानू गुरु चेते आ रहा, फिर तो ठीक है। नहीं गुरु सवारे साडा एक तरह ये भेख ही रह गया है। जिहदे बाद गुरु कलगीधर पातशाह कहते ने कि भेख दिखावै जगत को, लोगन को बस कीन, अंत काल काटी कटियो, बास नरक मोलीन। कहते अंत वेले समा इहो जांदा, फिर उनका जीव का नरकां दे विच वासा हुंदा है, वो नरकां विच जाके गिरदा है। इहो जी हालत हो जाती है। सो सतगुरु जी कृपा करते ने, कहते उदों कुछ नहीं सी। ये लिबास जिन्ने भी भेख बने ने मनुख ने ही संसार में आके बनाए ने। परमात्मा ने मनुख पैदा कर दिता, तो मनुख ने ही धर्म के नाम ते फिर गुरु ये बखरे बखरे लिबास पहन ले, बड़ियां बड़ियां जटा रख लियां, कन्नां विच मुंदरां पा लियां, स्वाह मल ली इत्यादक। ये सारे जिन्ने भी कर्म कांड वो जीव करता रहा। तो पातशाह कहते उदों हालत इहो जी सी, कहते ना कोई जोगी सी। जोगी का अर्थ जुड़िया होया। जोगी ये नहीं कि अपने शरीर गेरू रंग के वस्त्र पहन ले जोगी बन गए, नहीं।
जोगी जुड़िया होया समाधि जिहड़ा मालक नाल एकमिक है, ना कोई जंगम सी, ना कोई भेख सी, ना ही अपने आप नूं कोई नात कहाउण वाला सी कि जदों है ही नहीं, मनुख ही नहीं सी, ते कहंदे ये कित्थों पैदा होने सन। जप तप संजम ना व्रत पूजा, ना को आख बखाणै दूजा। हुण संसार दे विच जीव गुरु सवारियो, जीव ने धर्म दे निमित्त अनेकां प्रकार दे धर्म दे कर्म कांड ने। जिवें कोई जप रखदा, व्रत इत्यादि रखे जाते ने, मुसलमान भी रोजे रखते ने, हिंदू वीर व्रत रखते हैं, तो गुरमत दे विच गुरु सर इन्हां व्रतां दी कोई थां नहीं है। गुरु पातशाह कहंदे ने व्रत रखिया सी तुहाडे वड्डे वडेरियां ने, उदों व्रत रखिया जांदा सी जदों कलगीधर पातशाह ने खुद व्रत रखिया, जदों 8 महीने का समा गुरु सवारे सतगुरु पातशाह नूं आनंदपुर साहिब घेरा पाया गया। आनंदपुर दे रहण वाले लोकां ने, कलगीधर पातशाह सिंघां ने व्रत रखिया, साहिबजादे ने व्रत रखिया, जो दुश्मनों ने पानी तक बंद कर दिता सी। पानी तक बंद हो गया सी ते प्रसादी दी तां दूर दी गल है, पर फिर भी चढ़दी कला विच रहे। फिर वो समा भी आया जदों कलगीधर पातशाह बंदा सिंह बहादुर दी आपां गल करिए, गुरदास नंगल गढ़ी, ते गुरु सवारे जिमें गुरु कलगीधर पातशाह नूं घेरा पाया गया सी, इसे तरह 7-8 महीने बाबा बंदा सिंह बहादुर नूं भी घेरा पाया गया। वो वखरी गल है कि ਸਿੰਘਾਂ ਦੀ आपसी फुट होने करके, ते जिस करके बाबा बंदा सिंह बहादुर दुश्मनों के हथ लग गए, पर अंदर भुखे भाने रहना, फिर भी चढ़दी कला दे विच डोलना नहीं, ये आ असली व्रत गुरु सवारे। जदों सिंह गुरु ਸਿੰਘਾਂ ਦੇ सिरां दे मुल पैंदे सन, बंदा सिंह बहादुर तो बाद ਸਿੰਘ जंगलों विच रहिंदे सी, घोड़ियां दीयां काठियां उत्ते रहना, ते मुठ छोलियां दी खालन जी मिल गया, ठीक ने भुखे भाने ने पत्ते धू धू के छकने, ते फिर भी परमात्मा दा शुक्र करना, परमात्मा दी रजा नूं मिठा करके मनना, असल विच वो व्रत है। ते परमात्मा ने सानू खाण लई पदार्थ दिते ने, क्योंकि परमात्मा आप पढ़ते रोजाना कि एका माई जुगत ब्याई, 3 चेले परवान, एक संसारी एक भंडारी, एक लाए दीवान। संसारी जिन्हें संसार पैदा किया, एक भंडारी भंडार देने वाला परमात्मा, ते परमात्मा सानू भंडार दे पदार्थ दे रहा है, रोजी रोटी दे रहा है, तो आप सानू लगी हो भुख, तो आप कहते नहीं अज मेरा व्रत है, मैं नहीं खानी है। इसका मतलब की होया कि परमात्मा रोजी दे रहा, असी करते दी कुदरत विच विघन पा रहे हैं। निजम जो परमात्मा ने बनाया होया कि नहीं आ शक पाई तेरी तेरी खुराक है, तैनू ये तेरी इहदे राहीं तेरा शरीर चलना है, पर आपां की कीता, आपां छड्ड दिता, नहीं उल्ट करन लग। गुरमत दे विच हिंदू वीर व्रत रखण मुबारक, मुसलमान वीर व्रत रखण रोजे रखण मुबारक, पर सिख हो के जे व्रत रखदा ते माफ़ करना, वो सिख नहीं हो सकता। खास तौर पर बीबियां जो करवा चौथ का दिन आउंदा ते सिख बीबियां भी व्रत रखदियां ने, एक कड़वी सच्चाई है, पर गुरमत विच नहीं है। सतगुरु कहंदे छोड़ै अन्न करह पखंड, ना सुहागण ना ओह रंड। मैं नहीं कह रहा, धन गुरु ग्रंथ साहिब महाराज कह रहे, जिन्होंने आप मत्था टेकते, जिहदी हजूरी च बैठे हैं, ये गुरु ग्रंथ साहिब महाराज कह रहे। इस करके सिख ने कदे नहीं ये काम करना। हिंदू भी रखण, मुसलमान भी रखण मुबारक है, पर सिख ने गुरु सवारियो प्रशादा छकना, तो छकण वेले भी गुरु नूं चेते करना, छकण तो बाद भी अपने गुरु की आराधना करनी है। सिख ने भुखियां लंगर लाने ने, भुखे नूं प्रशादा छकाना, लोड़वंद की सहायता करनी है। ये सतगुरु ने सिख विच ये गुण पैदा कीते ने। सो रोह विचार गुरु पातशाह महाराज कृपा करते हैं, कहते उदों समा हो जिहा सी, जप तप संजम ना व्रत पूजा।
ना कोई जप सी, ना तप सी, ना संजम सी, ना कहते उदों कोई व्रत रखण वाला सी, ना कोई पूजा हो रही सी परमेश्वर की, क्योंकि परमेश्वर कल्ला ही सी। परमेश्वर ने तो बाद विच संसार बनाया, जीव जंतु बाद विच पैदा होए ने, उदों अरबद ना धुंधूकारा ही सी, ते परमेश्वर आप ही सुन समाधि विच बैठा होया सी। ना को आख बखाना दूजा। हुण आपां संसार च विचरदे हां, एक दूजे नाल गल्लां बातां करदे हां, जे कल्ले रह जाइए तो कल्लियां दा मन बड़ा उदास हुंदा है। साथी लभदे कोई ना कोई साडे नाल बैठा होवे, असीं गल्लां बातां वारीए तो साडा समां लंघ जावे। तो सतगुरु कहंदे उदों कोई दूजा आखण वाला नहीं सी, कोई है ही नहीं सी, कल्ला परमात्मा सी। कहंदे फिर भाई गल्लां किहदे नाल बखियाण करना, किहदे नाल गल्लां बातां करनियां सन। उदों कोई दूजा नहीं सी। आपे आप उपाए बिगसै, आपे कीमत पाएंदा। वाहिगुरु ने अपने आप तो जीवां नूं उपाय पैदा कीता, ते पैदा करके फिर बिगसै हसदा देख के खुश हुंदा है, ते आपे कीमत पाएंदा। आप ही वाहिगुरु ने जीवां दी कीमत पा दी, जीवां नूं फिर कर्मां विच पा दिता। कर्मां विच पा के ते जीवां पासों आप ही वो परमात्मा फिर कर्म करवा रहा है। तो गुरु सवारे ये सतगुरु महाराज ने साडे उत्ते किरपा कीती है। 6 पदियां दी विचार हुई है, बाकी रहिंदे शब्द दी विचार आपां कल वाले दीवाना विच करांगे। होइयां भुल्लां चुक्कां दी खिमा। आओ अगलियां पंक्तियां पढ़ के फतेह बुलाइए। ना सोच तुलसी माला गोपी कान, ना गऊ गोवाला कोई, ना को वंश बजाएगा। वाहिगुरू जी का खालसा, वाहिगुरू जी की फतेह।